ਜਿੱਦਾਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਸ਼ਹੀਦ ਭਗਤ ਸਿੰਘ ਹੋਣਾ ਨੇ ਲੋਕ ਸਭਾ ਦੇ ਵਿੱਚ ਫੋਕੇ ਬੰਬ ਸੁੱਟੇ ਸੀ, ਉਵੇਂ ਹੀ ਸਰਕਾਰ ਇਸ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸਾਨੂੰ ਇਦਾਂ ਦੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਉਣੇ ਪੈ ਰਹੇ ਆ। ਮਾਨ ਸਰਕਾਰ ਦੇ ਵੋਟਾਂ ਤੋਂ ਪਹਿਲਾਂ ਦੇ ਜਿਹੜੇ ਦਾਅਵੇ ਸੀਗੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਰੁਜ਼ਗਾਰ ਦੇਵਾਂਗੇ, ਉਹਨੂੰ ਸੁਣ ਕੇ ਤਾਂ ਕਦੇ ਸੋਚਿਆ ਨਹੀਂ ਸੀਗਾ ਜੀ ਵੀ ਇਹ ਦਿਨ ਆਉਣਗੇ ਵੀ ਸਾਨੂੰ ਕਦੇ ਆਪਣੀ ਯੂਨੀਵਰਸਿਟੀ ਦੇ ਦਰਵਾਜ਼ਿਆਂ ਦੇ ਉੱਤੇ ਸਬਜ਼ੀ ਵੇਚਣੀ ਪਊਗੀ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਗਰ ਤੁਸੀਂ ਮੀਡੀਆ ਦੇ ਵਿੱਚ ਦੇਖੋ ਤਾਂ ਮੁੱਦਾ ਕੀ ਹੈ? ਮੁੱਖ ਮੰਤਰੀ ਦਾ ਵਿਆਹ, ਸਿਮਰਜੀਤ ਮਾਨ ਦੀ ਕਿਰਪਾਨ ਦਾ ਮਸਲਾ, ਜਾਂ ਹੁਣ ਸ਼ਹੀਦ ਭਗਤ ਸਿੰਘ ਦਾ ਮਸਲਾ ਬਣਿਆ ਹੋਇਆ। ਪੰਜਾਬ ਸਰਕਾਰ ਜਿਹੜੀ ਗੱਲ ਕਰਦੀ ਸੀ ਕਿ ਰੋਜ਼ਗਾਰ ਦੇਵਾਂਗੇ, ਸਭ ਤੋਂ ਪਹਿਲਾਂ ਜਿਹੜੇ ਬਾਹਰ ਜਾਂਦੇ ਨੇ ਬੱਚੇ ਉਹਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਵਾਂਗੇ, ਪਰ ਉਹੀ ਬੱਚੇ ਅੱਜ ਦੇਖ ਰਹੇ ਕਿ ਡਿਗਰੀਆਂ ਹਾਸਲ ਕਰਕੇ ਸੜਕਾਂ ਦੇ ਉੱਤੇ ਸਬਜ਼ੀਆਂ ਵੇਚ ਰਹੇ। ਸ਼ਾਇਦ ਇਹੀ ਰੋਜ਼ਗਾਰ ਦੇਣਾ ਹੋਊਗਾ ਜੀ ਸਰਕਾਰ ਨੇ ਸਾਨੂੰ, ਕਿਉਂਕਿ ਡਿਗਰੀਆਂ ਦੇ ਬੇਸਿਸ ਤੇ BSc MSc ਐਗਰੀਕਲਚਰ ਦੇ ਬੇਸ ਤੇ ਤਾਂ ਕੋਈ ਰੋਜ਼ਗਾਰ ਮਿਲ ਨਹੀਂ ਰਿਹਾ। ਰਾਘਵ ਚੱਡੇ ਹੋਣੀ ਜਾਂ ਹੋਰ, ਉਹ ਤਾਂ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਰਹੇ ਆ, ਸਾਡੇ ਸਿਰ ਤੇ ਬਿਠਾ ਰਹੇ ਆ। ਲੋਕਲ ਬੰਦਿਆਂ ਨੂੰ ਕਿੱਥੋਂ ਰੁਜ਼ਗਾਰ ਦੇਣਗੇ ਜੀ? ਉਹਨਾਂ ਦਾ ਹਰੇਕ ਗੱਲ ਦਾ ਇਹੀ ਜਵਾਬ ਹੈ ਕਿ ਸਾਨੂੰ 2-3 ਮਹੀਨੇ ਦਾ ਸਮਾਂ ਦਿਓ, 2-3 ਮਹੀਨੇ ਦਾ ਸਮਾਂ ਦਿਓ। ਜੱਦੀ ਸਰਕਾਰ ਬਣੀ ਹੈ, ਇੱਕੋ ਹੀ ਜਵਾਬ ਆ ਰਿਹਾ। ਹੁਣ ਜੇ ਅਸੀਂ ਕਿੰਨੀ ਕੁ ਦੇਰ ਦੇਖਾਂਗੇ, ਅਸੀਂ ਵੀ ਕਿੰਨੀ ਕੁ ਦੇਰ ਸਬਜ਼ੀ ਵੇਚਾਂਗੇ? ਕਿਸੇ ਸਮੇਂ ਤਾਂ ਸਾਨੂੰ ਵੀ ਬਾਹਰ ਜਾਣ ਲਈ ਮਜਬੂਰ ਹੋਣਾ ਪਊਗਾ। ਉਹਨਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਕਿ ਅਸੀਂ ਖੇਤੀਬਾੜੀ ਦੇ ਮਾਸਟਰ ਰੱਖਾਂਗੇ, ਤੇ ਪਤਾ ਨਹੀਂ ਸ਼ਾਇਦ ਸਬਜ਼ੀਆਂ ਵੇਚਣ ਦੇ ਮਾਸਟਰ ਰੱਖਣਾ ਹੋਵੇ। ਕਿ ਛੇਤੀ ਤੋਂ ਛੇਤੀ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਜਿੰਨਾ ਚਿਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਇਸ ਧਰਨੇ ਤੋਂ ਨਹੀਂ ਉੱਠਾਂਗੇ। ਅੱਜ 15 ਰੁਪਏ ਆਲੂ, 10 ਰੁਪਏ ਫਲੀਆਂ, 20 ਰੁਪਏ ਗਾਜਰ, 40 ਰੁਪਏ ਗੋਭੀ, 30 ਰੁਪਏ ਸ਼ਿਮਲਾ ਮਿਰਚ, 40 ਰੁਪਏ ਸਬਜ਼ੀ ਲੈ ਲਓ। ਪੜ੍ਹੇ ਲਿਖੇ ਬੇਰੁਜ਼ਗਾਰ ਵਿਗਿਆਨੀਆਂ ਦੀ ਤਾਜ਼ਾ ਪਿਓਰ ਆਰਗੈਨਿਕ ਸਬਜ਼ੀ ਜੀ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆਰਸੂ। ਅੱਜ ਲੁਧਿਆਣਾ ਦੇ ਵਿੱਚ PAU ਯੂਨੀਵਰਸਿਟੀ ਦੇ ਕੁਝ ਸਟੂਡੈਂਟਸ ਨੇ ਜਿਹੜੇ ਕਿ ਸੜਕਾਂ ਤੇ ਉਤਰ ਆਏ ਨੇ, ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਸੜਕਾਂ ਦੇ ਉੱਤੇ ਜਿਹੜਾ ਇਹ ਸਟੂਡੈਂਟਸ ਨੇ ਸਬਜ਼ੀਆਂ ਵੇਚਣ ਦੇ ਲਈ ਮਜਬੂਰ ਹੋ ਰਹੇ ਨੇ। ਸੋ ਆਖਿਰਕਾਰ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੇ ਜਾਣਦੇ ਆ ਵੀਰੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕਿਉਂ ਕੀਤਾ ਜਾ ਰਿਹਾ? ਕਿਉਂਕਿ ADO HDO SO ਦੀਆਂ ਅਸਾਮੀਆਂ ਨਹੀਂ ਕੱਢ ਰਹੀ ਸਰਕਾਰ, ਤੇ ਪਿਛਲੇ 2 ਸਾਲ ਤੋਂ ਮੰਗ ਪੱਤਰ ਦੇ ਰਹੇ ਹਾਂ ਜੀ ਲਗਾਤਾਰ, ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਮੈਂ ਭਗਵਾਨ ਸਾਹਿਬ ਜੀ ਦੇ ਤਰੀਕੇ ਨਾਲ, ਜਿਵੇਂ ਉਹ ਕ੍ਰਿਟੀਸਾਈਜ਼ ਕਰਦੇ ਨੇ ਪਹਿਲਾਂ ਗਵਰਨਮੈਂਟ ਨੂੰ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਲਈ ਮੈਂ ਕੁਝ ਲਾਈਨਾਂ ਲਿਖੀਆਂ ਨੇ ਜੀ। ਬਿਲਕੁਲ, ਕੀ ਲਿਖਿਆ ਨੇ? ਭਾਵੇਂ ਨਵੀਆਂ ਨੇ ਸਰਕਾਰਾਂ ਪਰ ਇਹ ਵੀ ਰੰਗ ਬਦਲਦੇ ਗਏ, ਸ਼ਰੇਆਮ ਹੱਕਾਂ ਦੀ ਡਕੈਤੀ ਹੋਈ ਭਾਵੇਂ ਢੰਗ ਬਦਲਦੇ ਗਏ, ਚੰਦ ਕੁ ਪੋਸਟਾਂ ਕੱਢ ਕੇ ਹੁਣ ਉਹ ਵੀ ਖੋ ਰਹੇ ਨੇ ਖੋ। ਸਰਕਾਰ ਦੀ ਬਦੌਲਤ ਹੀ ਨੌਜਵਾਨ ਸੜਕਾਂ ਤੇ ਸੋ ਰਹੇ ਨੇ, ਕਰਕੇ ਐਗਰੀਕਲਚਰ ਦੀਆਂ ਪੜ੍ਹਾਈਆਂ ਸਾਨੂੰ ਘਰ ਖਾਲੀ ਹੱਥ ਭਜਾ ਦਿੱਤਾ। ਸਦਕੇ ਜਾਵਾਂ ਇਸ ਸਰਕਾਰ ਤੋਂ ਜਿਸ ਨੇ ਸਾਨੂੰ ADO HDO SCO ਬਣਾਉਣ ਦੀ ਜਗ੍ਹਾ ਸਬਜ਼ੀ ਵੇਚਣ ਲਾ ਦਿੱਤਾ। ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਕੀਤੇ ਵਾਅਦੇ ਆਪਣੇ ਜਿਹੜੇ ਨੇ ਨੌਜਵਾਨਾਂ ਦੇ ਨਾਲ ਪੂਰੇ ਨਹੀਂ ਕੀਤੇ? ਬਿਲਕੁਲ ਨਹੀਂ ਜੀ, ਨਹੀਂ। ਤੁਸੀਂ ਆਪਣੀ ਸ਼ਾਇਰੀ ਦੇ ਵਿੱਚ ਕਿਹਾ, ਚੰਦ ਲਾਈਨਾਂ ਜਿਹੜੀਆਂ ਲਿਖੀਆਂ ਨੇ ਕਿ ਸਰਕਾਰ ਦੇ ਢੰਗ ਬਦਲ ਗਏ ਨੇ, ਪਿਛਲੀਆਂ ਸਰਕਾਰਾਂ ਵੀ ਉਦਾਂ ਹੀ ਕਰਦੀਆਂ ਸੀ, ਹੁਣ ਦੀਆਂ ਸਰਕਾਰਾਂ ਦੇ ਤੌਰ ਤਰੀਕੇ ਬਦਲ ਗਏ ਨੇ, ਪਰ ਹਾਲਾਤ ਉਹੀ ਨੇ। ਬਿਲਕੁਲ ਜੀ, ਕਿਉਂਕਿ 140 ਪੋਸਟਾਂ ਦੀ ਫਾਈਲ ਦੀ ਅਸੀਂ ਮਤਲਬ ਕਿ ਕਹਿ ਰਹੇ ਸੀ ਕਿ PPSC ਤੱਕ ਪਹੁੰਚ ਗਈ ਹੈ, ਬਟ ਫਿਰ ਤੋਂ ਕੋਈ ਉਸ ਦਾ ਕੋਈ ਥਾਂ ਟਿਕਾਣਾ ਨਹੀਂ ਹੈ ਜੀ, ਤੇ ਸਾਡੇ ਨਾਲ ਧੋਖਾ ਹੋ ਰਿਹਾ ਜੀ। ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਸੜਕਾਂ ਤੇ ਉਤਰੇ ਹੋ? ADO ਦੀਆਂ HDO SCO ਦੀਆਂ ਪੋਸਟਾਂ ਕੱਢੀਆਂ ਜਾਣ, ਜੋ ਕਿ ਬਾਗਬਾਨੀ ਵਿਭਾਗ ਦੀਆਂ 2012 ਤੋਂ ਲੈ ਕੇ ਉਸ ਤੋਂ ਬਾਅਦ ਕੋਈ ਪੋਸਟ ਨਹੀਂ ਆਈ। 60% ਵੈਕੈਂਸੀਆਂ ਖੇਤੀਬਾੜੀ ਵਿਕਾਸ ਅਫਸਰ ਦੀਆਂ ਖਾਲੀ ਪਈਆਂ ਨੇ। ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਹੀ ਪੋਸਟਾਂ ਕੱਢੀਆਂ ਜਾਣ। ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਿੰਨਾ ਪੋਸਟਾਂ ਨਹੀਂ ਪਾਉਂਦੀਆਂ। ਕਿੰਨੇ ਸਮੇਂ ਤੋਂ ਹੈ ਜਿਹੜਾ ਤੁਸੀਂ ਇਹ ਸੰਘਰਸ਼ ਕਰ ਰਹੇ ਹੋ? 2 ਸਾਲਾਂ ਤੋਂ ਸਾਨੂੰ ਕੋਸ਼ਿਸ਼ ਹੋ ਗਈ ਹੈ, ਪਰ ਹਾਲੇ ਤੱਕ ਸਾਡਾ ਕੁਝ ਵੀ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਸਾਨੂੰ ਸੜਕਾਂ ਤੇ ਸਬਜ਼ੀ ਵੇਚਣ ਲਈ ਮਜਬੂਰ ਨਾ ਕਰੋ, ਇਹ ਤੁਸੀਂ ਪੰਜਾਬ ਸਰਕਾਰ ਨੂੰ ਗੁਹਾਰ ਲਗਾ ਰਹੇ ਹੋ? ਹਾਂਜੀ, ਬਿਲਕੁਲ। ਕੀ ਆਪਸ਼ਨ ਹੋਏਗਾ ਜੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਹੈਗੀ ਤਾਂ ਉਸ ਤੋਂ ਬਾਅਦ ਸੈਕਿੰਡ ਆਪਸ਼ਨ ਕੀ ਹੋਏਗਾ ਤੁਹਾਡੇ ਕੋਲ? ਅਸੀਂ ਤੇ ਲਗਾਤਾਰ ਸਾਡਾ ਪ੍ਰੋਟੈਸਟ ਚੱਲੇਗਾ, ਇੱਥੇ ਹੀ ਬਹਿ ਕੇ, ਅਸੀਂ ਕਿਤੇ ਨਹੀਂ ਉੱਠਣ ਵਾਲੇ। ਤੇ ਜਿਹੜਾ ਅੱਜ ਤੁਸੀਂ ਆਹ ਪ੍ਰੋਟੈਸਟ ਕਰ ਰਹੇ ਹੋ ਸਬਜ਼ੀਆਂ ਵੇਚਣ ਦਾ, ਵੱਖਰੇ ਅੰਦਾਜ਼ ਨਾਲ, ਕੀ ਲੱਗਦਾ ਹੈ ਕਿ ਸਰਕਾਰ ਪ੍ਰਭਾਵਿਤ ਹੋਏਗੀ, ਸਰਕਾਰ ਮਜਬੂਰ ਹੋਏਗੀ ਤੁਹਾਡੀਆਂ ਮੰਗਾਂ ਮੰਨਣ ਦੇ ਲਈ? ਮੰਗਣੀਆਂ ਪੈਣੀਆਂ ਉਹਨਾਂ ਨੂੰ, ਨਹੀਂ ਤਾਂ ਇੱਥੋਂ ਖੜਾਂਗੇ ਨਹੀਂ। ਜੀ, ਕੀ ਕਹਿਣਾ ਚਾਹੋਗੇ
ਸਰਕਾਰ ਬਦਲੀ, ਬਦਲਾਵ ਦੀ ਸਰਕਾਰ ਆਈ, ਇੱਕ ਉਮੀਦ ਜਾਗੀ ਸੀਗੀ ਕਿ ਸਰਕਾਰ ਹੁਣ ਬੇਰੋਜ਼ਗਾਰੀ ਪੰਜਾਬ ਦੇ ਵਿੱਚੋਂ ਖਤਮ ਕਰੂਗੀ। ਹਾਂਜੀ, ਇਹ ਅਸੀਂ ਬਹੁਤ ਹੀ ਮਤਲਬ ਮਾਨ ਸਾਹਿਬ ਤੋਂ ਬਹੁਤ ਜ਼ਿਆਦਾ ਉਮੀਦ ਰੱਖੀ ਸੀ ਕਿ ਵੀ ਸਾਡੀ ਇਹ ਚੀਜ਼ ਦੀ, ਚਲੋ ਪਿਛਲੀਆਂ ਸਰਕਾਰਾਂ ਨੇ ਸਾਡਾ ਸਾਰ ਨਹੀਂ ਲਈ, ਪਰ ਅਸੀਂ ਇਹ ਚੀਜ਼ ਮੰਨ ਕੇ ਚੱਲੇ ਸੀ ਕਿ ਵੀ ਜਿਵੇਂ ਮਾਨ ਸਾਹਿਬ ਸਰਕਾਰ ਉਹ ਜਿਸ ਨਾਲ ਵਾਅਦੇ ਕਰ ਰਹੇ ਸੀਗੇ ਕਿ ਵੀ ਖੇਤੀਬਾੜੀ ਨੂੰ ਅਸੀਂ ਉੱਤੇ ਲੈ ਕੇ ਜਾਵਾਂਗੇ, ਪਰ ਉਹ ਸਾਨੂੰ ਦਿਸਦਾ ਨਹੀਂ, ਧੁੰਦਲਾ ਨਜ਼ਰ ਆ ਰਿਹਾ ਉਹਨਾਂ ਦਾ ਸੁਪਨਾ ਜੋ ਖੇਤੀਬਾੜੀ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਸੀਗੇ। ਪਰ ਤੁਸੀਂ ਦੇਖ ਸਕਦੇ ਆ ਕਿ ਵੀ ਜੋ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਅੰਬਾਨੀ, ਅਡਾਨੀ ਕਰੋਨਾ ਟਾਈਮ 'ਚ ਉਹ ਸਮਝ ਚੁੱਕੇ ਸੀ ਕਿ ਖੇਤੀਬਾੜੀ ਇਹੋ ਜਿਹਾ ਇਕੱਲਾ ਧੰਦਾ ਸੀ ਜੋ ਚੱਲਦਾ ਰਿਹਾ, ਬਾਕੀ ਸਭ ਧੰਦੇ ਠੱਪ ਹੋ ਚੁੱਕੇ ਸੀ, ਪਰ ਇਕੱਲਾ ਇਹ ਖੇਤੀਬਾੜੀ ਇਹ ਧੰਦਾ ਸੀ ਜੋ ਚੱਲਦਾ ਰਿਹਾ। ਪ੍ਰਾਈਵੇਟ ਕੰਪਨੀਆਂ ਅੰਬਾਨੀ, ਅਡਾਨੀ ਸਮਝ ਚੁੱਕੇ ਸੀ, ਪਰ ਉਹ ਚਲੋ ਬਿੱਲ ਮਾਫ ਹੋ ਚੁੱਕੇ, ਵਾਪਸ ਲਏ ਗਏ, ਉਹ ਸਮਝ ਚੁੱਕੇ ਸੀ। ਪਰ ਪੰਜਾਬ ਸਰਕਾਰ ਅੰਨੀ ਹੋ ਚੁੱਕੀ ਹੈ ਜੀ, ਬੋਲੀ ਹੋ ਚੁੱਕੀ ਹੈ, ਅਸੀਂ ਸਮਝ ਨਹੀਂ ਰਹੇ ਕਿ ਵੀ ਇਸ ਨੂੰ ਕਿਉਂ ਅਣਦੇਖਾ ਕਰ ਰਹੇ ਨੇ। ਸਾਡਾ ਡਿਪਾਰਟਮੈਂਟ ਜੋ ਕਿ 70% ਪੋਸਟਾਂ ਨੇ ਜੋ ਖਾਲੀ ਪਈਆਂ ਨੇ, ਵੇਕੈਂਟ ਪਈਆਂ ਨੇ, ਜੋ ਖੇਤੀਬਾੜੀ ਵਿਕਾਸ ਅਫਸਰ ਅਤੇ ਆਪਣੇ ਹਾਰਟੀਕਲਚਰ ਐਚਡੀਓ ਦੀਆਂ ਪੋਸਟਾਂ ਖਾਲੀ ਪਈਆਂ ਨੇ, ਪਤਾ ਨਹੀਂ ਕਿਉਂ ਨਹੀਂ ਭਰ ਰਹੇ ਉਹ ਚੀਜ਼ ਨੂੰ। ਜੇ ਪਤਾ ਨਹੀਂ ਜੇ ਉੱਚੇ ਖੇਤੀਬਾੜੀ ਨੂੰ ਉੱਚਾ ਲਿਜਾਣ ਦੀ ਗੱਲ ਕਰ ਰਹੇ ਆ ਤੇ ਉਹ ਇਹ ਜੀ ਧਿਆਨ ਕਿਉਂ ਨਹੀਂ ਦੇ ਰਹੇ। ਅਸੀਂ ਮਤਲਬ ਇਹਨਾਂ ਸਰਕਾਰ ਨੂੰ ਮੰਗ ਕਰਦੇ ਹਾਂ। ਜਦੋਂ ਸਰਕਾਰ ਆਈ ਸੀ ਸਭ ਤੋਂ ਪਹਿਲਾ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਆਪਣੇ ਨੌਜਵਾਨ ਬਾਹਰ ਨਹੀਂ ਭੇਜਣੇ, ਇੱਥੇ ਰੋਜ਼ਗਾਰ ਦੇਵਾਂਗੇ, ਤੇ ਹੁਣ ਅੱਜ ਜਿਹੜਾ ਨੌਜਵਾਨ ਹੈ 3 ਮਹੀਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਹੋ ਗਏ ਨੇ, ਨੌਜਵਾਨ ਅੱਜ ਵੀ ਸੜਕਾਂ ਤੇ ਰੁਲ ਰਹੇ। ਹਾਂਜੀ, ਇਹ ਆਪਾਂ ਕਹਿ ਰਹੇ ਸੀ ਕਿ ਵੀ ਜੋ ਪੰਜਾਬ ਦਾ ਯੂਥ ਬਾਹਰ ਗਿਆ ਉਹ ਮੁੜ ਕੇ ਆਊਗਾ, ਆਪਣੇ ਇੱਥੋਂ ਦਾ ਸਿਸਟਮ ਦੇਖ ਕੇ ਮੁੜ ਕੇ ਆਊਗਾ, ਪਰ ਆਪਾਂ ਹੁਣ ਦੇਖ ਸਕਦੇ ਹਾਂ ਵੀ ਤਾਂ ਇਹ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਆ ਕਿ ਵੀ ਇੱਥੋਂ ਵਾਲਾ ਯੂਥ ਜੋ ਆਪਣੇ ਇੱਥੇ ਪੜ੍ਹ ਰਿਹਾ ਹੈ ਉਹਨੂੰ ਹੀ ਬਚਾ ਲਓ, ਉਹਨੂੰ ਬਾਹਰ ਜਾਣ ਤੋਂ ਰੋਕ ਸਕਦੇ ਹੋ, ਆਪਣੀ ਨੌਕਰੀ ਰੁਜ਼ਗਾਰ ਦੇ ਕੇ ਰੋਕ ਲਓ। ਉਹੀ ਬਹੁਤ ਆਪਾਂ ਬਾਹਰ ਵੱਡੇ ਸੁਪਨੇ ਨਾ ਦੇਖੀਏ, ਜੋ ਇੱਥੇ ਆਪਣਾ ਯੂਥ ਬੈਠਾ ਉਸ ਨੂੰ ਰੁਜ਼ਗਾਰ ਦੇ ਕੇ ਆਪਾਂ ਇੱਥੇ ਰੋਕ ਸਕੀਏ। ਖੈਰਾਤ ਨਹੀਂ, ਹੱਕ ਮੰਗਦੇ ਆ, ਹੱਥ ਦੇ ਵਿੱਚ ਪੋਸਟਰ ਪਕੜੀ ਖੜੇ ਹੋ, ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨੂੰ? ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਹਾਂ। ਅਸੀਂ ਜੋ ਮਾਸਟਰ ਜਾਂ ਐਮਐਸਸੀ ਗ੍ਰੈਜੂਏਸ਼ਨ ਪੋਸਟ ਕੋਰੀ ਕਰ ਚੁੱਕੇ ਹਾਂ, ਬੀਐਸਸੀ ਗ੍ਰੈਜੂਏਸ਼ਨ ਕਰ ਚੁੱਕੇ ਹਾਂ, ਤਾਂ ਸਾਨੂੰ ਇਹੀ ਮੰਗ ਆ ਕਿ ਸਾਨੂੰ ਜਿਹੜਾ ਸਾਡਾ ਹੱਕ ਦਾ ਜਿਹੜਾ ਸਾਡਾ ਉਹ ਆ ਸਾਨੂੰ ਦਿੱਤਾ ਜਾਵੇ ਜੀ। ਮਤਲਬ ਇੰਨਾ ਪੈਸਾ ਲਾ ਕੇ ਡਿਗਰੀਆਂ ਕੀਤੀਆਂ ਸੀਗੀਆਂ, ਸੋਚਿਆ ਸੀਗਾ ਕਦੇ ਸੜਕਾਂ ਤੇ ਖੜ ਕੇ ਸਾਨੂੰ ਸਬਜ਼ੀ ਵੀ ਵੇਚਣੀ ਪਊਗੀ? ਨਹੀਂ ਜੀ, ਘਰਦੇ ਨੇ ਬੜਾ ਮਤਲਬ ਵੀ ਔਖਾ ਹੀ ਪੜਾਇਆ ਜੀ, ਜਿਵੇਂ ਕਹੀਏ ਤਾਂ ਵੀ ਬੜਾ ਵੀ ਬੱਚੇ ਬਾਹਲੇ ਕੋਰਸ ਜੀ ਕੱਢਦੇ ਆ ਜੀ, ਇੰਨਾ ਔਖਾ ਹੋ ਜਾਂਦਾ। ਹਾਂਜੀ ਵੀ ਘੱਟੋ ਘੱਟ ਜੀ ਪੂਰੀ ਡਿਗਰੀ ਦੇ 4 ਸਾਲਾਂ ਵਿੱਚ ਜੀ 65 ਕੋਰਸ ਆ ਜੀ, ਹਿਸਾਬ ਲਾ ਲਓ ਵੀ ਕਿੰਨੇ ਮਤਲਬ ਇੰਨੇ ਕੋਰਸ ਆ, ਇੰਨੇ ਤਰ੍ਹਾਂ ਦਾ ਮਤਲਬ ਅਸੀਂ ਸਬਜੈਕਟਾਂ ਦੀ ਪੜ੍ਹਾਈ ਪੜ੍ਹਦੇ ਹਾਂ ਜੀ, ਤੇ ਮਤਲਬ ਇੰਨੀ ਤਾਂ ਨੌਲੇਜ ਹੋ ਚੁੱਕੀ ਹੈ ਜੀ ਫਾਰਮਰ ਨੂੰ ਵੀ ਅਸੀਂ ਗਾਈਡ ਕਰ ਸਕੀਏ ਅੱਗੇ ਜੋ ਉਹਨਾਂ ਦੇ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਫੀਲਡ ਦੇ ਵਿੱਚ, ਉਹ ਉਹਨਾਂ ਨੂੰ ਹੈਲਪ ਕਰ ਸਕੀਏ। ਸੋ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਰੁਪਇਆ ਖਰਚ ਕਰਕੇ ਡਿਗਰੀਆਂ ਹਾਸਲ ਕਰਨ ਵਾਲਾ ਜੋ ਯੂਥ ਹੈ ਜਿਹੜਾ ਸੜਕਾਂ ਦੇ ਉੱਤੇ ਖੜ ਕੇ ਸਬਜ਼ੀਆਂ ਵੇਚਣ ਦੇ ਲਈ ਮਜਬੂਰ ਹੋ ਗਿਆ ਹੈ। ਕੀ ਕਹਿਣਾ ਚਾਹੋਗੇ? ਕਦੇ ਸੋਚਿਆ ਸੀਗਾ ਇੰਨਾ ਪੈਸਾ ਪੜ੍ਹਾਈਆਂ ਦੇ ਉੱਤੇ ਲਾਓਗੇ ਤੇ ਅੱਜ ਤੁਸੀਂ ਉਸੇ ਯੂਨੀਵਰਸਿਟੀ ਦੇ ਬਾਹਰ ਖੜੇ ਹੋ ਕੇ ਸਬਜ਼ੀਆਂ ਵੇਚੋਗੇ? ਦੇਖੋ, ਮਾਨ ਸਰਕਾਰ ਦੇ ਵੋਟਾਂ ਤੋਂ ਪਹਿਲਾਂ ਦੇ ਜਿਹੜੇ ਦਾਅਵੇ ਸੀਗੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਰੁਜ਼ਗਾਰ ਦੇਵਾਂਗੇ, ਉਹਨੂੰ ਸੁਣ ਕੇ ਤਾਂ ਕਦੇ ਸੋਚਿਆ ਨਹੀਂ ਸੀਗਾ ਜੀ ਵੀ ਇਹ ਦਿਨ ਆਉਣਗੇ ਵੀ ਸਾਨੂੰ ਕਦੇ ਆਪਣੀ ਯੂਨੀਵਰਸਿਟੀ ਦੇ ਦਰਵਾਜ਼ਿਆਂ ਦੇ ਉੱਤੇ ਸਬਜ਼ੀ ਵੇਚਣੀ ਪਊਗੀ, ਕਿ ਬੇਰੁਜ਼ਗਾਰੀ ਦੇ ਇੰਨੇ ਮਾੜੇ ਹਾਲਾਤ ਹੋ ਜਾਣਗੇ। ਪਰ ਹੁਣ ਜਿਹੜੀਆਂ ਮਾਨ ਸਰਕਾਰ ਦੀਆਂ ਨੀਤੀਆਂ ਨੇ, ਉਹਨਾਂ ਦਾ ਹਰੇਕ ਗੱਲ ਦਾ ਇਹੀ ਜਵਾਬ ਹੈ ਕਿ ਸਾਨੂੰ 2-3 ਮਹੀਨੇ ਦਾ ਸਮਾਂ ਦਿਓ, 2-3 ਮਹੀਨੇ ਦਾ ਸਮਾਂ ਦਿਓ। ਜੱਦੀ ਸਰਕਾਰ ਬਣੀ ਹੈ, ਇੱਕੋ ਹੀ ਜਵਾਬ ਆ ਰਿਹਾ ਤੇ ਹੁਣ ਫਿਰ ਅਸੀਂ ਸਬਜ਼ੀਆਂ ਵੇਚਣ ਲਈ ਮਜਬੂਰ ਆ ਜੀ, ਹੋਰ ਕੀ ਕਰੀਏ। ਬਦਲਾਵ ਆਇਆ ਸੀ ਕਿ ਇੱਕ ਬਦਲਾਵ ਦੀ ਸਰਕਾਰ ਚੁਣੀ ਗਈ ਸੀ, ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਨੌਜਵਾਨ ਪੀੜ੍ਹੀ ਦੇ ਲਈ ਜਾਂ ਫਿਰ ਬੇਰੋਜ਼ਗਾਰਾਂ ਦੇ ਲਈ ਕੋਈ ਬਦਲਾਵ ਆਇਆ? ਜਿਹੜੇ ਬਦਲਾਵ ਇਹੀ ਆਇਆ ਜੀ, ਜਿਹੜੇ ਅਸਲ ਮੁੱਦੇ ਸੀਗੇ, ਅਸਲ ਮੁੱਦੇ ਤਾਂ ਕਿਤੇ ਵਿਚਾਰ ਹੀ ਨਹੀਂ ਜਾ ਰਹੇ, ਅਸਲ ਮੁੱਦਿਆਂ ਦਾ ਤਾਂ ਕਿਤੇ ਧਿਆਨ ਹੀ ਨਹੀਂ। ਜਿਹੜੀ ਪੰਜਾਬ ਦੀ ਕਿਰਸਾਨੀ ਹੈ ਜਾਂ ਜਿਹੜੀ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ, ਬੇਰੁਜ਼ਗਾਰੀ ਹੈ, ਉਹ ਤਾਂ ਕਿਤੇ ਮੁੱਦਾ ਹੀ ਹੈ ਨਹੀਂ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਗਰ ਤੁਸੀਂ ਮੀਡੀਆ ਦੇ ਵਿੱਚ ਦੇਖੋ ਤਾਂ ਮੁੱਦਾ ਕੀ ਹੈ? ਮੁੱਖ ਮੰਤਰੀ ਦਾ ਵਿਆਹ, ਸਿਮਰਨਜੀਤ ਮਾਨ ਦੀ ਕਿਰਪਾਨ ਦਾ ਮਸਲਾ, ਜਾਂ ਹੁਣ ਸ਼ਹੀਦ ਭਗਤ ਸਿੰਘ ਦਾ ਮਸਲਾ ਬਣਿਆ ਹੋਇਆ। ਜਿਹੜੇ ਸਾਡੇ ਅਸਲ ਮੁੱਦੇ ਨੇ ਨੌਕਰੀਆਂ ਦੇ, ਬੇਰੁਜ਼ਗਾਰੀ ਦੇ, ਉਹ ਤਾਂ ਕਿਤੇ ਮੁੱਦੇ ਹੀ ਹੈ ਨਹੀਂ ਜੀ। ਮਾਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ, ਇੱਕ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੀ ਨੌਜਵਾਨੀ ਪੰਜਾਬ 'ਚ ਰਹੇਗੀ, ਬਾਹਰ ਨਹੀਂ ਜਾਏਗੀ, ਇੱਥੇ ਰੋਜ਼ਗਾਰ ਦੇਵਾਂਗੇ, ਗੋਰੇ ਇੱਥੇ ਨੌਕਰੀਆਂ ਲੈਣ ਆਣਗੇ। ਪਰ ਉਹ ਜੋ ਦੇਖਿਆ ਜਾ ਰਿਹਾ ਜੀ, ਜਿਵੇਂ ਰਾਘਵ ਚੱਡੇ ਹੋਣੀ ਜਾਂ ਹੋਰ, ਉਹ ਤਾਂ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਰਹੇ ਆ, ਸਾਡੇ ਸਿਰ ਤੇ ਬਿਠਾ ਰਹੇ ਆ। ਲੋਕਲ ਬੰਦਿਆਂ ਨੂੰ ਕਿੱਥੋਂ ਰੁਜ਼ਗਾਰ ਦੇਣਗੇ ਜੀ? ਹੁਣ ਜੇ ਅਸੀਂ ਕਿੰਨੀ ਕੁ ਦੇਰ ਦੇਖਾਂਗੇ, ਅਸੀਂ ਵੀ ਕਿੰਨੀ ਕੁ ਦੇਰ ਸਬਜ਼ੀ ਵੇਚਾਂਗੇ, ਕਿਸੇ ਸਮੇਂ ਤਾਂ ਸਾਨੂੰ ਵੀ ਬਾਹਰ ਜਾਣ ਲਈ ਮਜਬੂਰ ਹੋਣਾ ਪਊਗਾ। ਤੁਸੀਂ ਇਹ ਵੱਖਰੇ ਅੰਦਾਜ਼ ਦਾ ਪ੍ਰੋਟੈਸਟ ਹੀ ਕਿਉਂ ਚੁਣਿਆ ਕਿ ਅੱਜ ਸਬਜ਼ੀਆਂ ਜਿਹੜੀਆਂ ਵੇਚ ਕੇ ਸਰਕਾਰ ਨੂੰ ਜਿਹੜਾ ਅਸੀਂ ਦਿਖਾਵਾਂਗੇ ਕਿ ਅੱਜ ਤੁਹਾਡੇ ਪੰਜਾਬ ਦਾ ਯੂਥ ਇਸ ਤਰ੍ਹਾਂ ਬੇਰੋਜ਼ਗਾਰ ਹੋ ਗਿਆ ਕਿ ਸੜਕਾਂ ਤੇ ਸਬਜ਼ੀਆਂ ਵੇਚਣ ਲਈ ਮਜਬੂਰ? ਜਿੱਦਾਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਸ਼ਹੀਦ ਭਗਤ ਸਿੰਘ ਹੋਣਾ ਨੇ ਲੋਕ ਸਭਾ ਦੇ ਵਿੱਚ ਫੋਕੇ ਬੰਬ ਸੁੱਟੇ ਸੀ, ਉਵੇਂ ਹੀ ਇਸ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸਾਨੂੰ ਇਦਾਂ ਦੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਉਣੇ ਪੈ ਰਹੇ ਆ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਇਦਾਂ ਦੇ ਅਲੱਗ-ਅਲੱਗ ਤਰੀਕੇ ਅਪਣਾਵਾਂਗੇ ਸਰਕਾਰ ਨੂੰ। ਸਰਕਾਰ ਦੇ ਕੰਨ ਥੱਲੇ ਜੂੰ ਸਰਕੂਗੀ?
ਜ਼ਰੂਰ ਸਰਕੂਗੀ ਜੀ, ਜ਼ਰੂਰ। ਜਿਸ ਤਰੀਕੇ ਦਾ ਸਾਨੂੰ ਲੋਕਾਂ ਦਾ ਤੇ ਮੀਡੀਆ ਦਾ ਰਿਸਪੌਂਸ ਮਿਲ ਰਿਹਾ, ਜ਼ਰੂਰ ਸਰਕੂਗੀ ਜੀ। ਜੀ ਵੀਰੇ, ਕੀ ਕਹਿਣਾ ਚਾਹੋਗੇ? ਅੱਜ ਸੜਕਾਂ ਤੇ ਇਸ ਤਰ੍ਹਾਂ ਸਬਜ਼ੀਆਂ ਵੇਚਣ ਦੇ ਲਈ ਮਜਬੂਰ ਹੋਏ ਹੋ, ਕਿਤੇ ਮਾਪਿਆਂ ਨੇ ਨਾ ਲੱਖਾਂ ਰੁਪਇਆ ਖਰਚ ਕਰਕੇ ਇੰਨੀਆਂ ਡਿਗਰੀਆਂ ਕਰਵਾਈਆਂ, ਪੜ੍ਹਾਇਆ ਲਿਖਾਇਆ ਕਿ ਇੱਕ ਚੰਗੇ ਮੁਕਾਮ ਤੇ ਜਾਓਗੇ। ਦੇਖੋ ਜੀ, ਕੀਤਾ ਕੋਈ ਵੀ ਨਹੀਂ ਮਾੜਾ, ਇਹ ਕਿੱਤੇ ਦੀ ਗੱਲ ਕਰੀਏ, ਜੀ ਪਰ ਸਾਡੇ ਮਾਪਿਓ ਦੀ, ਸਾਡੇ ਘਰਦਿਆਂ ਦੀ, ਸਾਡੀ ਆਪਦੀ ਇਹ ਉਮੀਦ ਹੁੰਦੀ ਆ। ਅਸੀਂ BSc ਐਗਰੀਕਲਚਰ 'ਚ ਐਡਮਿਸ਼ਨ ਲਈ ਸੀ ਵੀ ਅਸੀਂ ਖੇਤੀਬਾੜੀ ਵਿਕਾਸ ਅਫਸਰ ਬਣਾਂਗੇ, ਅਸੀਂ ਬਾਗਬਾਨੀ ਵਿਕਾਸ ਅਫਸਰ ਬਣਾਂਗੇ। ਅਸੀਂ BSc ਕੀਤੀ, MSc ਕੀਤੀ, ਸਾਡੇ 'ਚੋਂ ਹੁਣ PhD ਕਰਨ ਲੱਗ ਗਏ ਆ ਜੀ। ਮੈਨੂੰ ਲੱਗਦਾ ਹੁਣ ਸਾਲ ਨੂੰ PhDਆਂ ਵੀ ਮੁੱਕ ਜਾਣੀਆਂ ਜੀ। ਪਰ ਰੋਜ਼ਗਾਰ, ਘਰ ਘਰ ਰੋਜ਼ਗਾਰ ਦਾ ਵਾਅਦਾ ਸੀ ਭਗਵੰਤ ਮਾਨ ਦਾ ਜੀ, ਵੀ ਹਰ ਇੱਕ ਯੋਗ ਬੰਦੇ ਨੂੰ ਇਹ ਰੋਜ਼ਗਾਰ ਦੇਣਗੇ, ਪਰ ਉਹ ਵਾਅਦਾ ਕਿੱਥੇ ਹੈ ਜੀ। ਕੀ ਬਦਲਾਵ ਦੇਖ ਰਹੇ ਹੋ? ਸਰਕਾਰ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਆਈਆਂ, ਬਹੁਤ ਸਾਰੀਆਂ ਸਰਕਾਰਾਂ ਗਈਆਂ, ਵਾਅਦੇ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਕੀਤੇ ਗਏ, ਬੇਰੋਜ਼ਗਾਰਾਂ ਨੂੰ ਲੈ ਕੇ ਕੀਤੇ ਗਏ ਕਿ ਨੌਕਰੀਆਂ ਦੇਵਾਂਗੇ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਹੁਣ ਬਦਲਾਵ ਕੀ ਦੇਖਣ ਨੂੰ ਮਿਲਿਆ? ਦੇਖੋ ਜੀ, ਚੋਣਾਂ ਤੋਂ ਪਹਿਲਾਂ ਜਦੋਂ ਅਸੀਂ ਭਗਵੰਤ ਮਾਨ ਸਾਹਿਬ ਦਾ ਭਾਸ਼ਣ ਸੁਣਦੇ ਸੀਗੇ ਤੇ ਸਾਨੂੰ ਇਦਾਂ ਲੱਗਦਾ ਸੀ ਵੀ ਬਹੁਤ ਹੀ ਜ਼ਿਆਦਾ ਖੇਤੀ ਨੂੰ ਉਹ ਕੰਸਰਨ, ਖੇਤੀ ਦਾ ਬਹੁਤ ਜ਼ਿਆਦਾ ਕੰਸਰਨ ਰੱਖਦੇ ਆ, ਬਹੁਤ ਜ਼ਿਆਦਾ ਚਿੰਤਤ ਨੇ ਉਹ ਪੰਜਾਬ ਨੂੰ ਲੈ ਕੇ, ਪੰਜਾਬ ਦੀ ਖੇਤੀ ਨੂੰ ਲੈ ਕੇ। ਪਰ ਸਾਨੂੰ ਸਰਕਾਰ ਦਾ ਕੋਈ ਸਿਸਟਮ ਨਜ਼ਰ ਨਹੀਂ ਆ ਰਿਹਾ ਵੀ ਜਾਂ ਤਾਂ ਉਹਨਾਂ ਦਾ ਸਿਸਟਮ ਬਿਊਰੋਕ੍ਰੇਸੀ ਨਾਲ ਜਾਂ ਸਰਕਾਰ ਦਾ ਆਪਦਾ ਜਿਹੜਾ ਕੋਲੈਬੋਰੇਸ਼ਨ ਆ ਉਹ ਸੈੱਟ ਨਹੀਂ ਗੀ, ਵੀ ਸਰਕਾਰ ਤੱਕ ਗੱਲ ਨਹੀਂ ਪਹੁੰਚਦੀ, ਵੀ ਬਿਊਰੋਕ੍ਰੇਸੀ ਉਹਨਾਂ ਨੂੰ ਦੱਸਦੀ ਨਹੀਂ, ਡਾਟਾ ਨਹੀਂ ਦਿੰਦੀ, ਰੋਸਟਰ ਸਿਸਟਮ ਨਹੀਂ ਦਿੰਦੀ ਵੀ ਕਿੰਨੀਆਂ ਜਿਹੜੀਆਂ ਖੇਤੀਬਾੜੀ ਵਿਭਾਗ 'ਚ ਵੈਕੈਂਸੀਆਂ ਖਾਲੀ ਨੇ ਉਹ ਭਰਨੀਆਂ ਨੇ। ਇਹ ਸਾਡੀ ਸਮਝ ਤੋਂ ਕੰਮ ਬਾਹਰ ਹੋਇਆ ਪਿਆ ਜੀ। ਸਾਨੂੰ ਉਮੀਦ ਬਹੁਤ ਸੀਗੀ, ਪਰ ਉਹ ਅਸੀਂ ਹੁਣ ਨਿਰਾਸ਼ ਹੋਏ, ਨਿਰਾਸ਼ ਹੋ ਕੇ ਸੰਘਰਸ਼ ਦਾ ਰਾਹ ਵਿੱਢਿਆ ਜੀ। ਪੰਜਾਬ ਦਾ ਭਵਿੱਖ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਹੈ ਜਿਹੜੀ ਗੱਲ ਕਰਦੀ ਸੀਗੀ ਕਿ ਰੋਜ਼ਗਾਰ ਦੇਵਾਂਗੇ, ਸਭ ਤੋਂ ਪਹਿਲਾਂ ਜਿਹੜੇ ਬਾਹਰ ਜਾਂਦੇ ਨੇ ਬੱਚੇ ਉਹਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਵਾਂਗੇ, ਪਰ ਉਹੀ ਬੱਚੇ ਅੱਜ ਦੇਖ ਰਹੇ ਕਿ ਡਿਗਰੀਆਂ ਹਾਸਲ ਕਰਕੇ ਸੜਕਾਂ ਦੇ ਉੱਤੇ ਸਬਜ਼ੀਆਂ ਵੇਚ ਰਹੇ ਨੇ। ਸ਼ਾਇਦ ਇਹੀ ਰੋਜ਼ਗਾਰ ਦੇਣਾ ਹੋਊਗਾ ਜੀ ਸਰਕਾਰ ਨੇ ਸਾਨੂੰ, ਕਿਉਂਕਿ ਡਿਗਰੀਆਂ ਦੇ ਬੇਸਿਸ ਦੇ BSc MSc ਐਗਰੀਕਲਚਰ ਦੇ ਬੇਸ ਤੇ ਤਾਂ ਕੋਈ ਰੋਜ਼ਗਾਰ ਮਿਲ ਨਹੀਂ ਰਿਹਾ, ਤੇ ਖੇਤੀਬਾੜੀ ਯੂਨੀਵਰਸਿਟੀ 'ਚੋਂ ਪੜ੍ਹ ਕੇ ਸ਼ਾਇਦ ਅਸੀਂ ਸਬਜ਼ੀਆਂ ਵੇਚ ਕੇ 4 ਪੈਸੇ ਕਮਾ ਕੇ ਤੇ ਇਹੀ ਰੋਜ਼ਗਾਰ ਸ਼ੁਰੂ ਕਰ ਸਕੀਏ। ਬਹੁਤ ਸਾਰੇ ਵਾਅਦੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਕੀਤੇ ਗਏ ਸੀ ਤੇ ਜਦੋਂ ਮਾਨ ਸਰਕਾਰ ਆਈ, ਇੱਕ ਇਮਾਨਦਾਰ ਸਰਕਾਰ, ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਨੂੰ ਕਹਿਣ ਵਾਲੀ ਹੈ ਨਾ, ਤੇ ਉਦੋਂ ਉਮੀਦਾਂ ਸੀਗੀਆਂ ਕਿ ਸ਼ਾਇਦ ਸਾਡੇ ਹੁਣ ਜਿਹੜੇ ਮਸਲੇ ਨੇ ਹੱਲ ਹੋ ਜਾਣਗੇ, ਸ਼ਾਇਦ ਸਾਨੂੰ ਹੁਣ ਵਧੀਆ ਰੋਜ਼ਗਾਰ, ਵਧੀਆ ਮੁਕਾਮ ਤੇ ਜਿਹੜਾ ਦਿੱਤਾ ਜਾਊਗਾ। ਬਿਲਕੁਲ ਜੀ, ਉਮੀਦ ਬਹੁਤ ਸੀਗੀ ਸਾਰਿਆਂ ਨੂੰ, ਖਾਸ ਕਰਕੇ ਨੌਜਵਾਨ ਉਹਨਾਂ ਦੇ ਪਿੱਛੇ ਲੱਗੇ ਸੀ। ਉਹਨਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਕਿ ਅਸੀਂ ਖੇਤੀਬਾੜੀ ਦੇ ਮਾਸਟਰ ਰੱਖਾਂਗੇ, ਤੇ ਪਤਾ ਨਹੀਂ ਸ਼ਾਇਦ ਸਬਜ਼ੀਆਂ ਵੇਚਣ ਦੇ ਮਾਸਟਰ ਰੱਖਣਾ ਹੋਵੇ। ਉਮੀਦ ਤਾਂ ਸਾਨੂੰ ਬਹੁਤ ਸੀ ਆਮ ਆਦਮੀ ਪਾਰਟੀ ਤੋਂ, ਪਰ ਕਿਸੇ ਉਮੀਦ ਤੇ ਖਰੀ ਉਤਰਦੀ ਦਿਖ ਨਹੀਂ ਰਹੀ ਫਿਲਹਾਲ ਦੇ ਲਈ। ਪਰ ਸਾਡੀ ਬੇਨਤੀ ਹੈ ਕਿ ਉਹ ਛੇਤੀ ਸਾਡੀ ਮੰਗਾਂ ਨੂੰ ਸੁਣੇ ਤੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰੇ ਜੀ। ਕਿਹੜੀਆਂ ਮੰਗਾਂ ਜਿਹੜੀਆਂ ਤੁਸੀਂ ਅੱਜ ਮਾਨ ਸਰਕਾਰ ਦੇ ਕੋਲੋਂ ਕਰਨਾ ਚਾਹੁੰਦੇ ਹੋ? ਜੀ ਅਸੀਂ ਤਾਂ ਬਸ ਇੰਨਾ ਹੀ ਕਹਿੰਦੇ ਆ ਵੀ ਜਿਹੜੀਆਂ ਸਾਡੀਆਂ ਹੱਕ ਦੀਆਂ ਸਾਡੀਆਂ ਵੈਕੈਂਸੀਜ਼ ਨੇ ਉਹਨਾਂ ਨੂੰ ਕੱਢਣ, ਤੇ ਅਸੀਂ ਤਾਂ ਕਿ ਉਹਨਾਂ ਨੂੰ ਭਰ ਕੇ ਇੱਕ ਰਾਹ ਲੱਗੀਏ, ਤਾਂ ਕਿ ਜਿਹੜੇ ਅਸੀਂ ਪੜ੍ਹਾਈਆਂ ਕੀਤੀਆਂ ਨੇ ਉਹਨਾਂ ਨੂੰ ਗਾਹਾਂ ਲੈ ਜਾਈਏ। ਕਿਹੜੀਆਂ ਉਹ ਮੰਗਾਂ ਨੇ ਕਿ ਤੁਸੀਂ ਖੁੱਲ੍ਹ ਕੇ ਸਰਕਾਰ ਤੱਕ ਉਹ ਗੱਲਾਂ ਪਹੁੰਚਾਉਣਾ ਚਾਹੋਗੇ? ਜੀ ਜਿਵੇਂ ਸਾਡੀਆਂ ADO ਦੀ ਪੋਸਟਾਂ ਨੇ, HDO ਦੀ ਪੋਸਟਾਂ ਨੇ, ਅਸੀਂ ਤਾਂ ਇੰਨਾ ਕੁ ਕਹਿੰਦੇ ਹਾਂ ਵੀ ਉਹ ਪੋਸਟਾਂ ਜਿਹੜੀਆਂ ਅਸੀਂ ਉਹਨਾਂ ਦੀ ਕਹਿੰਦੇ ਹਾਂ ਵੀ ਉਹਨਾਂ ਨੂੰ ਕੱਢਣ, ਤੇ ਅਸੀਂ ਤਾਂ ਕਿ ਇੱਕ ਜਿਹੜੀਆਂ ਸਾਡੀਆਂ ਡਿਗਰੀਆਂ ਦਾ ਮੁੱਲ ਪਵੇ, ਤਾਂ ਕਿ ਅਸੀਂ ਅੱਗੇ ਸਰਵ ਕਰ ਸਕੀਏ ਆਪਦੇ ਫਾਰਮਰਸ ਨੂੰ। ਜੀ, ਨੌਜਵਾਨਾਂ ਦੇ ਨਾਲ ਦੇਖ ਰਹੇ ਹਾਂ, ਭੈਣਾਂ ਵੀ ਸਾਡੀਆਂ ਇੱਥੇ ਖੜੀਆਂ ਨੇ, ਸਬਜ਼ੀਆਂ ਵੇਚ ਰਹੀਆਂ ਨੇ। ਕੀ ਕਹਿਣਾ ਚਾਹੋਗੇ ਮਤਲਬ ਸਰਕਾਰ ਨੂੰ ਤੁਸੀਂ ਕਿ ਅੱਜ ਇੰਨਾ ਪੜ੍ਹ ਲਿਖ ਕੇ ਸੜਕਾਂ ਤੇ ਮਜਬੂਰ ਹੋ ਕੇ ਤੁਹਾਨੂੰ ਪ੍ਰੋਟੈਸਟ ਕਰਨੇ ਪੈ ਰਹੇ ਨੇ ਕਿ ਜਿਹੜੀ ਸਾਡੀ ਸੁੱਤੀ ਸਰਕਾਰ ਆ ਜਾਗ ਜਾਵੇ? ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੀਆਂ ADO ਦੀਆਂ ਪੋਸਟਾਂ ਹਜੇ ਤੱਕ ਨਹੀਂ ਕੱਢੀਆਂ ਜਾ ਰਹੀਆਂ, ਇੰਨੀ ਵਾਰ ਸਾਨੂੰ ਕਹਿਣ ਤੋਂ ਬਾਅਦ ਵੀ, ਤੇ ਉਹ ਪੋਸਟਾਂ ਜਲਦ ਤੋਂ ਜਲਦ ਕੱਢੀਆਂ ਜਾਣ ਤੇ ਅਸੀਂ ਵੀ ਪੋਸਟਾਂ ਤੇ ਲੱਗ ਕੇ ਅੱਗੇ ਸਰਵ ਕਰ ਸਕੀਏ। ਵੀਰੇ, ਅੱਜ ਸੜਕਾਂ ਤੇ ਉਤਰੇ ਹੋ ਸਬਜ਼ੀਆਂ ਵੇਚਣ ਦੇ ਲਈ, ਸਭ ਤੋਂ ਪਹਿਲਾਂ ਹੱਥ ਦੇ ਵਿੱਚ ਇੱਕ ਪੋਸਟਰ ਫੜਿਆ ਹੋਇਆ ਹੈ, ਕੀ ਭਾਅ ਦੇ ਰਹੇ ਹੋ? ਆਲੂ 10 ਰੁਪਏ ਜੀ, ਗੋਭੀ 15 ਰੁਪਏ, ਟਮਾਟਰ 20 ਰੁਪਏ ਜੀ। ਇਹ ਆਰਗੈਨਿਕ ਸਬਜ਼ੀ ਹੈ ਜਿਹੜੀ ਕਿ ਪੰਜਾਬ ਖੇਤੀਬਾੜੀ ਦੇ ਖੋਜੀਆਂ ਵੱਲੋਂ ਤਿਆਰ ਕੀਤੀ ਗਈ ਹੈ ਜੀ। ਸੋਚਿਆ ਸੀਗਾ ਵੀ ਸਮਾਂ ਕਦੇ ਆਊਗਾ ਸਾਨੂੰ ਮਤਲਬ ਆਪਦਾ ਜਿਹੜੀਆਂ ਡਿਗਰੀਆਂ ਹਾਸਿਲ ਕੀਤੀਆਂ, ਜੋ ਸੁਪਨੇ ਸੀਗੇ ਉਹਨਾਂ ਨੂੰ ਅੱਧ ਵਿਚਕਾਰ ਛੱਡ ਕੇ ਸਾਨੂੰ ਕੋਈ ਹੋਰ ਕਿੱਤਾ ਵੀ ਅਪਣਾਉਣਾ ਪਊਗਾ? ਨਹੀਂ, ਅਸੀਂ ਇਹ ਤਾਂ ਕਦੀ ਨਹੀਂ ਸੋਚਿਆ ਸੀ। ਇਹ ਘਰ ਪਰਿਵਾਰ ਨੂੰ ਵੀ ਇਹੀ, ਸਾਡੇ ਪਰਿਵਾਰਾਂ ਨੂੰ ਇਹੀ ਉਮੀਦਾਂ ਨੇ ਵੀ ਪੜ੍ਹ ਲਿਖ ਕੇ ਕਿਤੇ ਚੰਗੀ ਨੌਕਰੀ ਤੇ ਲਾਉਂਗੇ। ਜੇ ਰੇਹੜੀਆਂ ਲਾਉਣੀਆਂ ਸੀ ਤਾਂ ਫਿਰ ਸਾਨੂੰ ਐਡੀਆਂ ਡਿਗਰੀਆਂ BSc MSc PhD ਕਰਕੇ ਕਰਨ ਦੀ ਕੀ ਲੋੜ ਸੀਗੀ। 2012 ਤੋਂ ਲੈ ਕੇ ਕੋਈ ਵੀ ਪੋਸਟ ਨਹੀਂ ਆਏਗੀ ਬਾਗਬਾਨੀ ਵਿਭਾਗ ਦੇ ਵਿੱਚ। 2018 ਦੇ ਵਿੱਚ ਸਿਰਫ 18 ਵੈਕੈਂਸੀਆਂ ਆਈਆਂ ਸੀ, ਉਹ ਵੀ ਬੈਕਲੌਗ ਦੀਆਂ। ਖੇਤੀਬਾੜੀ ਵਿਕਾਸ ਅਫਸਰ ਦੀਆਂ 60% ਵੈਕੈਂਸੀਆਂ ਜਿਹੜੀਆਂ ਕਿ ਖਾਲੀ ਪਈਆਂ ਨੇ। ਭੂਮੀ ਵਿਗਿਆਨ ਦੇ ਵਿੱਚ ਵੀ 50% ਤੋਂ ਵੱਧ ਵੈਕੈਂਸੀਆਂ ਜਿਹੜੀਆਂ ਖਾਲੀ ਪਈਆਂ। ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਜਿੰਨਾ ਚਿਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਇਸ ਧਰਨੇ ਤੋਂ ਨਹੀਂ ਉੱਠਾਂਗੇ।
ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਧਰਨਾ ਕਿਸ ਪ੍ਰਕਾਰ ਦਾ, ਹੁਣ ਜਿਵੇਂ ਅੱਜ ਤਾਂ ਤੁਸੀਂ ਸਬਜ਼ੀਆਂ ਵੇਚ ਕੇ ਸਰਕਾਰ ਨੂੰ ਜਾਗਰੂਕ ਕਰ ਰਹੇ ਹੋ, ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਅਗਲਾ ਕਦਮ ਕੀ ਹੋਊਗਾ? ਅਗਲਾ ਕਦਮ ਅੱਜ ਅਸੀਂ ਸਬਜ਼ੀਆਂ ਵੇਚ ਰਹੇ ਹਾਂ, ਬੂਟ ਪਾਲਸ਼ ਕਰਾਂਗੇ, ਭੁੱਖ ਹੜਤਾਲ ਤੇ ਬੈਠਾਂਗੇ, ਹੋਰ ਜਿੰਨਾ ਵੀ ਤੇਜ਼ ਹੋਏ ਸਕਿਆ ਸੰਘਰਸ਼ ਨੂੰ ਤੇਜ਼ ਕਰਾਂਗੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਹੜੇ ਵੱਡੀਆਂ ਡਿਗਰੀਆਂ ਹਾਸਲ ਕਰਕੇ ਅੱਜ ਜਿਹੜੇ ਨੇ ਯੂਨੀਵਰਸਿਟੀ ਦੇ ਬਾਹਰ ਹੀ ਸਬਜ਼ੀਆਂ ਵੇਚਣ ਨੂੰ ਮਜਬੂਰ ਹੋ ਗਏ ਨੇ। ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇਹਨਾਂ ਦੇ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਅਸਾਮੀਆਂ ਏਡੀਓ ਐਚਡੀਓ ਐਸਓ ਦੀਆਂ ਖਾਲੀ ਪਈਆਂ ਨੇ, ਉਹਨਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੈ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਹੀ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪੰਜਾਬ ਦੀ ਜਵਾਨੀ ਅੱਜ ਸੜਕਾਂ ਤੇ ਰੁਲ ਰਹੀ ਹੈ। ਪੜ੍ਹ ਲਿਖ ਕੇ ਉਹਨਾਂ ਨਾਲ ਰੋਜ਼ਗਾਰ ਦੇ ਜਿਹੜੇ ਵਾਅਦੇ ਸਰਕਾਰ ਦੇ ਵੱਲੋਂ ਕੀਤੇ ਗਏ ਸੀ, ਜਲਦ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ, ਨਹੀਂ ਤਾਂ ਇਹਨਾਂ ਦੇ ਵੱਲੋਂ ਸੰਘਰਸ਼ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ। ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਬਸ ਇਹਨਾਂ ਕੀ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਆਰਜ਼ੂ ਸ਼ੇਖ, ਲੁਧਿਆਣਾ ਲਾਈਵ।